ਅਸੀਂ ਗੱਲ ਸੁਣੀ ਸੀ ਮੋਦੀ ਦੇ ਨਾਅਰੇ ਤੇ ਜਦੋਂ ਸਰਕਾਰ ਜਿੱਤੀ ਸੀ ਕਿ ਅੱਛੇ ਦਿਨ ਆएंगे ਸਾਡੇ ਤਾਂ ਕੋਈ ਅਕਾਊਂਟਾਂ ਦੇ ਵਿੱਚ ਪੈਸਾ ਨਹੀਂ ਆਇਆ ਤੇ ਕੋਈ ਅੱਛੇ ਦਿਨ ਨਹੀਂ ਆਏ। ਅਸੀਂ ਮੋਦੀ ਸਰਕਾਰ ਨੂੰ ਕਹਿੰਦੇ ਆ ਕਿ ਆਪਦੇ ਅੱਛੇ ਦਿਨ ਆਪਦੇ ਕੋਲੇ ਰੱਖੋ, ਸਾਨੂੰ ਸਾਡੇ ਮੰਦੇ ਦਿਨ ਹੀ ਦੇ ਦਿਓ, ਅਸੀਂ ਆਪਦੇ ਮੰਦੇ ਦਿਨਾਂ ਨਹੀਂ ਚੰਗੇ। ਇਹ ਕਾਲੇ ਕਾਨੂੰਨ ਬਣਾ ਕੇ ਨਾ ਜਿਹੜੀਆਂ ਮੇਰੇ ਵਰਗੀਆਂ ਔਰਤਾਂ ਵੀ ਘਰਾਂ ਦੇ ਅੰਦਰ ਰਹਿੰਦੀਆਂ ਸੀਗੀਆਂ ਜਾਂ ਜਿਹੜੀਆਂ ਅੱਜ ਬੀਬੀਆਂ ਤੁਸੀਂ ਇੱਥੇ ਦੇਖੀਆਂ ਨੇ ਜਿਹੜੇ ਸਾਡੇ ਨਾਲ ਬੈਠੀਆਂ ਨੇ, ਮੋਦੀ ਸਰਕਾਰ ਨੇ ਸਾਡੀਆਂ ਜ਼ਮੀਰਾਂ ਜਗਾਤੀਆਂ, ਸਾਡੀ ਜਵਾਨੀ ਜਗਾਤੀ। ਆਪਦੇ ਘਰ ਤੇ ਪਈ ਤਾਂ ਮਿਰਚਾਂ ਲੱਗੀਆਂ, ਜਿੱਦਣ ਆਪਦੇ ਐਮਐਲਏ ਦੇ ਪਈਆਂ ਤਾਂ ਮਿਰਚਾਂ ਲੱਗੀਆਂ ਸਰਕਾਰ ਨੂੰ। ਕੀ ਗੱਲ ਸਾਡੇ ਕਿਸਾਨਾਂ ਤੇ ਜਦੋਂ ਉੱਥੇ ਗੋਲੀਆਂ ਵਰਤੀਆਂ ਨੇ ਸਾਡੇ ਕਿਸਾਨ ਮਰਿਆ, ਉਹ ਮਾਵਾਂ ਦੇ ਪੁੱਤ ਨਹੀਂ ਸੀ? ਪਰ ਹੁਣ ਮੋਦੀ ਸਰਕਾਰ ਇਹ ਚੀਜ਼ ਭੁੱਲ ਜਾਵੇ। 2022 ਦੇ ਇਲੈਕਸ਼ਨ 'ਚ ਤੇ ਬੰਗਾਲ ਇਲੈਕਸ਼ਨ 'ਚ ਯੂਪੀ ਇਲੈਕਸ਼ਨ ਦੇ ਵਿੱਚ ਮੋਦੀ ਸਰਕਾਰ ਨੂੰ ਆਪਦੀ ਔਕਾਤ ਪਤਾ ਲੱਗ ਜੂਗੀ। ਇਹਨਾਂ ਤੇ ਲੀਡਰਾਂ ਨੂੰ ਆਪਦੇ ਪਿੰਡਾਂ 'ਚ ਕੀ ਆਪਦੇ ਘਰਾਂ ਦੇ ਵਿੱਚ ਕੀ ਆਪਦੀਆਂ ਬਰੂਹਾਂ ਤੇ ਖੜਨ ਨਾ ਦਿਓ, ਡੰਡੇ ਲੈ ਕੇ ਇਹਨਾਂ ਨੂੰ ਪਿੰਡਾਂ 'ਚੋਂ ਬਾਹਰ ਕੱਢੋ। ਬਿਲਕੁਲ ਡਰਦੇ ਨਹੀਂ, ਤੇਰੇ ਗੁੰਡਿਆਂ ਤੋਂ ਖਿੱਚ ਲਵਾਂਗੇ ਚੁੰਡਿਆਂ ਤੋਂ। ਅਸੀਂ ਨਹੀਂ ਡਰਦੇ, ਜਿੱਥੇ ਮਰਜ਼ੀ ਆ ਜਾਓ, ਜਿੱਥੇ ਸਾਨੂੰ ਕਹਿਣਗੇ ਅਸੀਂ ਉੱਥੇ ਜਾਵਾਂਗੇ। ਇਹਨੂੰ ਸੈਲੀਬ੍ਰਿਟੀ ਨੂੰ ਇਹਨਾਂ ਨੇ ਐਮਪੀ ਬਣਾ ਕੇ ਚੰਡੀਗੜ੍ਹ ਦਾ ਬੇੜਾ ਕਰਕੇ ਕਰਤਾ ਅੱਜ। ਔਰ ਜਿੱਦਣ ਆਈ ਕਿਰਨ ਖੇਰ ਤੈਨੂੰ ਘੇਰਾਂਗੇ, ਤੇਰੀ ਧੌਣ ਤੇ ਗੋਡਾ ਫੇਰਾਂਗੇ, ਚੰਡੀਗੜ੍ਹ ਵੜ ਸਹੀ, ਤੈਨੂੰ ਤੇਰੀ ਔਕਾਤ ਦਿਖਾਵਾਂਗੇ। ਐਫਸੀਆਈ ਦਾ ਅੱਜ ਘਿਰਾਓ ਕੀਤਾ ਗਿਆ। ਜਿਸ ਤਰੀਕੇ ਨਾਲ ਨਿਯਮਾਂ ਨੂੰ ਲੈ ਕੇ ਗੱਲ ਕੀਤੀ ਜਾ ਰਹੀ ਸੀ ਕਿ ਡਾਇਰੈਕਟ ਪੈਸੇ ਜਿਹੜੇ ਨੇ ਉਹ ਅਕਾਊਂਟ ਵਿੱਚ ਆਉਣਗੇ, ਫਰਦਾਂ ਚੈੱਕ ਕਰਾਉਣੀਆਂ ਪੈਣੀਆਂ ਕਿਸਾਨਾਂ ਨੂੰ, ਉਸ ਤੋਂ ਬਾਅਦ ਜਿਨ੍ਹਾਂ ਦੇ ਨਾਂ ਤੇ ਜ਼ਮੀਨ ਬੋਲੂਗੀ ਉਹਨਾਂ ਦੇ ਅਕਾਊਂਟ ਵਿੱਚ ਪੈਸੇ ਆਉਣਗੇ। ਜਿਵੇਂ ਤੁਸੀਂ ਦੇਖ ਰਹੇ ਹੋ ਕਿ ਐਫਸੀਆਈ ਦਾ ਘਿਰਾਓ ਕੀਤਾ ਗਿਆ। ਮੈਂ ਕੈਮਰਾਮੈਨ ਨੂੰ ਕਹਾਂਗਾ ਕਿ ਤਸਵੀਰਾਂ ਦਿਖਾਉਣ ਕਿ ਲਗਾਤਾਰ ਜੋ ਕਿਸਾਨ ਨੇ ਚੰਡੀਗੜ੍ਹ ਦੇ ਆਸੇ-ਪਾਸੇ ਜੋ ਪਿੰਡ ਨੇ, ਇਹ ਕਿਸਾਨ ਉੱਥੋਂ ਇੱਥੇ ਆ ਕੇ ਬੈਠੇ ਨੇ, ਸਵੇਰ ਦੇ ਬੈਠੇ ਨੇ ਕਿ ਆਵਾਜ਼ ਪਹੁੰਚ ਸਕੇ ਕੇਂਦਰ ਸਰਕਾਰ ਤੱਕ, ਉਹਨਾਂ ਦੇ ਕੰਨਾਂ ਵਿੱਚ ਆਵਾਜ਼ ਪਹੁੰਚ ਸਕੇ ਕਿ ਜੋ ਨਿਯਮ ਲੈ ਕੇ ਆਏ ਨੇ ਉਹ ਬਿਲਕੁਲ ਗਲਤ ਨੇ। ਆਪਾਂ ਗੱਲਬਾਤ ਕਰਾਂਗੇ ਜੋ ਕਿ ਆਸ-ਪਾਸ ਦੇ ਪਿੰਡਾਂ ਤੋਂ ਵੀ ਲੋਕ ਇੱਥੇ ਆਏ ਨੇ ਔਰ ਇਸ ਸਮੇਂ ਜੋ ਬੀਬੀਆਂ ਨੇ ਉਹ ਵੀ ਵੱਧ ਚੜ੍ਹ ਕੇ ਹਿੱਸਾ ਲੈ ਰਹੀਆਂ ਨੇ। ਜੋ ਪ੍ਰੋਟੈਸਟ ਦੇ ਵਿੱਚ ਤੁਸੀਂ ਬੀਬੀਆਂ ਵੀ ਦੇਖ ਰਹੇ ਹੋ। ਮੈਂ ਕੈਮਰਾਮੈਨ ਨੂੰ ਕਹੂੰਗਾ ਕਿ ਉਹ ਵੀ ਤਸਵੀਰ ਦਿਖਾਉਣ ਜਿੱਥੇ ਮਾਤਾਵਾਂ ਬੈਠੀਆਂ ਨੇ, ਬਜ਼ੁਰਗ ਔਰਤਾਂ ਬੈਠੀਆਂ ਨੇ, ਕਿ ਉਹ ਵੀ ਇਸ ਧਰਨੇ ਵਿੱਚ ਆਈਆਂ ਹੋਈਆਂ ਨੇ, ਆਪਣਾ ਹੱਕ ਲੈਣ ਵਾਸਤੇ ਆਏ ਨੇ। ਐਫਸੀਆਈ ਦੇ ਨਿਯਮਾਂ ਤੇ ਵੀ ਆਪਾਂ ਗੱਲਬਾਤ ਕੀਤੀ, ਤੁਸੀਂ ਪਹਿਲਾਂ ਵੀ ਸਾਰੀ ਗੱਲਬਾਤ ਸੁਣੀ ਇੱਕ ਇੰਟਰੋ ਦੇ ਵਿੱਚ। ਸਾਨੂੰ ਇੱਕ ਭੈਣ ਮੌਜੂਦ ਨੇ, ਆਪਾਂ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਕਿ ਐਫਸੀਆਈ ਦਾ ਘਿਰਾਓ ਕਰਨ ਦੇ ਨਾਲ ਕੇਂਦਰ ਸਰਕਾਰ ਗੱਲ ਸੁਣੂਗੀ ਕਿ ਐਫਸੀਆਈ ਦੇ ਨੁਮਾਇੰਦੇ ਗੱਲ ਸੁਣਨਗੇ। ਭੈਣ ਜੀ, ਮੈਂ ਪਹਿਲਾਂ ਇਹੀ ਸਵਾਲ ਹੈ ਕਿ ਅੱਜ ਘਿਰਾਓ ਕੀਤਾ ਜਾ ਰਿਹਾ, ਕਿਸਾਨ ਆਏ ਨੇ, ਤਾਂ ਲੱਗਦਾ ਕਿ ਕੇਂਦਰ ਸਰਕਾਰ ਗੱਲ ਸੁਣੂਗੀ? ਕਾਫੀ ਲੰਮਾ ਪ੍ਰੋਟੈਸਟ ਚੱਲ ਰਿਹਾ ਕਿ ਨਿਯਮ ਜੋ ਹੁਣ ਲੈ ਕੇ ਆਏ ਨੇ, ਜਿਵੇਂ ਪਹਿਲਾਂ ਜ਼ਿਕਰ ਕਰ ਰਿਹਾ ਕਿ ਫਰਦ ਹੋਊਗੀ ਤਾਂ ਤੁਹਾਨੂੰ ਪੈਸੇ ਮਿਲਣਗੇ, ਅਕਾਊਂਟ 'ਚ ਜਾਣਗੇ, ਇਹ ਨਿਯਮ ਲਿਆ ਕੇ ਸਰਕਾਰ ਕਰਨਾ ਕੀ ਚਾਹੁੰਦੀ ਹੈ? ਸਰਕਾਰ ਸਾਰਾ ਪੈਸਾ ਆਪਦੀ ਜੇਬ 'ਚ, ਕਹਿੰਦੇ ਹੁੰਦੇ ਆ ਨਾ, ਜੇਬ 'ਚ ਪਾ ਕੇ ਜੇਬ 'ਚ ਕੱਢ ਕੇ ਤੇ ਜੇਬ 'ਚ ਹੀ ਪਾਉਣਾ ਚਾਹੁੰਦੀ ਆ ਵਾਪਸ ਆਪਦੀ ਵਿੱਚ। ਜਿਵੇਂ ਕਿ ਹੁਣ ਉਹ ਐਫਸੀਆਈ ਨੂੰ ਪ੍ਰਾਈਵੇਟ ਕਰਕੇ ਇਹ ਪ੍ਰਾਈਵੇਟ ਹੋ ਜੂਗੀ ਮੰਨ ਲਓ, ਤਾਂ ਜਿਹੜੇ ਮਜ਼ਦੂਰ ਆ ਸਾਡੇ, ਕੋਈ ਵੀ ਲੋਕ ਨੇ ਜਿਹੜੇ, ਉਹਨਾਂ ਤੱਕ ਰਾਸ਼ਨ ਨਹੀਂ ਪਹੁੰਚੂਗਾ, ਜੋ ਵੀ ਉਹ ਸਾਰਾ ਪ੍ਰਾਈਵੇਟ ਹੋ ਜੂਗਾ, ਕਿਉਂਕਿ ਇਹ ਆਪਦੇ ਅੰਬਾਨੀਆਂ ਅਡਾਨੀਆਂ ਨੂੰ ਅੱਗੇ ਲਿਆਉਣਾ ਚਾਹੁੰਦੀ ਹੈ ਤੇ ਸਾਨੂੰ ਜਿਹੜੇ ਲੋਕਾਂ ਨੂੰ, ਕਿਸਾਨਾਂ ਨੂੰ ਦਬਾਉਣਾ ਚਾਹੁੰਦੀ ਹੈ। ਮੰਨ ਲਓ ਇੱਕ ਔਰਤ ਦੇ ਹਸਬੈਂਡ ਦੀ ਡੈਥ ਹੋ ਗਈ ਆ, ਤਾਂ ਜਿਹੜੀ ਜ਼ਮੀਨ ਆ ਉਹ ਔਰਤ ਉਹਦੇ ਹਸਬੈਂਡ ਦੇ ਨਾਮ ਬੋਲਦੀ ਆ, ਤਾਂ ਉਹਦੇ ਵਿੱਚ ਕੀ ਹੋਣਾ ਕਿ ਜਿਹੜਾ ਉਹ ਪੈਸਾ ਜਦ ਤੱਕ ਉਹ ਜ਼ਮੀਨ ਔਰਤ ਦੇ ਨਾਂ ਨਹੀਂ ਚੜ੍ਹਦੀ ਤੇ ਜਿਹੜਾ ਉਹ ਆਦਮੀ ਦੇ ਨਾਂ ਤੇ ਪੈਸਾ ਆਉਣਾ ਉਹ ਸਰਕਾਰ ਦੀ ਜੇਬ 'ਚ ਹੀ ਮੁੜ ਕੇ ਪੈ ਜਾਣਾ। ਤੇ ਕਿਉਂਕਿ ਕੇਸ ਚੱਲਦੇ ਰਹਿੰਦੇ ਆ ਜ਼ਮੀਨਾਂ ਦੇ ਬਹੁਤ ਲੰਬੇ ਟਾਈਮ ਤੱਕ, ਔਰ ਉਹ ਇਹ ਪੈਸਾ ਮੁੜ ਘੁੜ ਕੇ ਉਹ ਸਰਕਾਰਾਂ ਦੀਆਂ ਜੇਬਾਂ ਦੇ ਵਿੱਚ ਹੀ ਪੈਣਾ, ਕਿਉਂਕਿ ਮੋਦੀ ਕਿਸੇ ਨੂੰ ਕੁਝ ਦੇਣਾ ਨਹੀਂ ਚਾਹੁੰਦਾ। ਅਸੀਂ ਗੱਲ ਸੁਣੀ ਸੀ ਮੋਦੀ ਦੇ ਨਾਅਰੇ ਤੇ ਜਦੋਂ ਸਰਕਾਰ ਜਿੱਤੀ ਸੀ ਕਿ ਅੱਛੇ ਦਿਨ ਆएंगे ਸਾਡੇ ਤਾਂ ਕੋਈ ਅਕਾਊਂਟਾਂ ਦੇ ਵਿੱਚ ਪੈਸਾ ਨਹੀਂ ਆਇਆ ਤੇ ਕੋਈ ਅੱਛੇ ਦਿਨ ਨਹੀਂ ਆਏ। ਅਸੀਂ ਮੋਦੀ ਸਰਕਾਰ ਨੂੰ ਕਹਿੰਦੇ ਆ ਕਿ ਆਪਦੇ ਅੱਛੇ ਦਿਨ ਆਪਦੇ ਕੋਲੇ ਰੱਖੋ, ਸਾਨੂੰ ਸਾਡੇ ਮੰਦੇ ਦਿਨ ਹੀ ਦੇ ਦਿਓ, ਅਸੀਂ ਆਪਦੇ ਮੰਦੇ ਦਿਨਾਂ ਨਹੀਂ ਚੰਗੇ। ਹੁਣ ਜਿਵੇਂ ਦੇਖਦੇ ਕਿ ਬੀਬੀਆਂ ਵੀ ਬੈਠੀਆਂ, ਔਰਤਾਂ ਵੀ ਆਈਆਂ ਹੋਈਆਂ ਨੇ, ਇਹ ਵੀ ਭਾਗ ਲੈਦੇ ਨੇ ਪ੍ਰੋਟੈਸਟ ਦੇ ਵਿੱਚ, ਧਰਨੇ 'ਤੇ ਬੈਠੀਆਂ ਨੇ ਬਜ਼ੁਰਗਾਂ ਦੇ ਨਾਲ। ਲੱਗਦਾ ਕਿ ਹੁਣ ਹੱਕ ਮੰਗਣ ਤੋਂ ਕੋਈ ਡਰਦਾ ਨਹੀਂ ਹੋ, ਇਹ ਡਰ ਹੁਣ ਖਤਮ ਹੋ ਚੁੱਕੇ। ਪਹਿਲਾਂ ਦੇਖਦੇ ਸੀ ਆਪਾਂ ਪ੍ਰੋਟੈਸਟ ਹੁੰਦੇ ਸੀ ਪਰ ਬੀਬੀਆਂ ਨਾਲ ਹਿੱਸਾ ਨਹੀਂ ਲੈ ਪਾਉਂਦੀਆਂ ਸੀ, ਹੁਣ ਲੱਗਦਾ ਕਿਤੇ ਨਾ ਕਿਤੇ ਇੱਕ ਡਰ ਦਾ ਜਿਹੜਾ ਝਾਕਾ ਖੁੱਲ੍ਹ ਗਿਆ। ਵੈਸੇ ਮੋਦੀ ਸਰਕਾਰ ਨੇ ਝਾਕਾ ਆਪ ਖੋਲ੍ਹਤਾ। ਇਹ ਕਾਲੇ ਕਾਨੂੰਨ ਬਣਾ ਕੇ ਨਾ ਜਿਹੜੀਆਂ ਮੇਰੇ ਵਰਗੀਆਂ ਔਰਤਾਂ ਵੀ ਘਰਾਂ ਦੇ ਅੰਦਰ ਰਹਿੰਦੀਆਂ ਸੀਗੀਆਂ ਜਾਂ ਜਿਹੜੀਆਂ ਅੱਜ ਬੀਬੀਆਂ ਤੁਸੀਂ ਇੱਥੇ ਦੇਖੀਆਂ ਨੇ ਜਿਹੜੇ ਸਾਡੇ ਨਾਲ ਬੈਠੀਆਂ ਨੇ, ਮੋਦੀ ਸਰਕਾਰ ਨੇ ਸਾਡੀਆਂ ਜ਼ਮੀਰਾਂ ਜਗਾਤੀਆਂ, ਸਾਡੀ ਜਵਾਨੀ ਜਗਾਤੀ। ਕਿ ਅਸੀਂ ਅੱਜ ਸਰਕਾਰ ਸਾਡੇ ਨਾਲ ਜੋ ਵੀ ਗਲਤ ਕੰਮ ਕਰੂਗੀ ਅਸੀਂ ਆਪਦਾ ਹੱਕ ਲੈਣ ਦੇ ਲਈ ਸੜਕਾਂ ਤੇ ਆ ਜਾਵਾਂਗੇ। ਅਸੀਂ ਨਹੀਂ ਡਰਦੇ ਹੁਣ ਸਰਕਾਰ ਤੋਂ। ਹੁਣ ਤਾਂ ਸਾਡੇ ਅੰਦਰ ਇੰਨਾ ਜਨੂਨ ਪੈਦਾ ਹੋ ਗਿਆ ਨਾ, ਜੇ ਮੋਦੀ ਸਰਕਾਰ ਦੀ ਗੋਲੀ ਹੋਊਗੀ ਤਾਂ ਹਿੱਕ ਸਾਡੀ ਹੋਊਗੀ। ਅਸੀਂ ਆਪਦੇ ਹੱਕਾਂ ਦੇ ਲਈ ਆਪਦੀ ਜਾਨ ਦੇਣ ਨੂੰ ਤਿਆਰ ਹਾਂ, ਪਰ ਅਸੀਂ ਮੋਦੀ ਸਰਕਾਰ ਅੱਗੇ ਝੁਕਾਂਗੇ ਨਹੀਂ ਬਿਲਕੁਲ ਵੀ। ਅੱਛਾ, ਜਿਸ ਤਰੀਕੇ ਨਾਲ ਹੁਣ ਕਿਸਾਨ ਬੈਠੇ ਨੇ, ਸਾਡਾ ਭਾਈ ਵੀ ਮੌਜੂਦ ਨੇ। ਭਾਜੀ, ਜਿਸ ਤਰੀਕੇ ਨਾਲ ਲਗਾਤਾਰ ਧਰਨੇ ਚੱਲੇ ਨੇ, ਅੱਜ ਕੋਲ ਦਿੱਤੀ ਗਈ ਸੀ ਸੰਯੁਕਤ ਕਿਸਾਨ ਮੋਰਚੇ ਵੱਲੋਂ ਕਿ ਜਗ੍ਹਾ ਜਗ੍ਹਾ ਤੇ ਜਾ ਕੇ ਤੁਸੀਂ ਐਫਸੀਆਈ ਨੂੰ ਘੇਰਨਾ, ਉਹਨਾਂ ਦੇ ਦਫ਼ਤਰਾਂ ਨੂੰ ਘੇਰਨਾ, ਕੀ ਲੱਗਦਾ ਸਰਕਾਰ ਝੁਕੂਗੀ ਕਿਤੇ?
ਕਾਫੀ ਲੰਮਾ ਪ੍ਰੋਟੈਸਟ ਚੱਲਾ ਗਿਆ, ਪਹਿਲਾਂ ਵੀ ਬੜੇ ਲੰਮੇ ਪ੍ਰੋਟੈਸਟ ਚੱਲੇ ਨੇ, 1907 ਵਿੱਚ ਵੀ ਚੱਲਿਆ, ਚਾਚਾ ਜੀਤ ਸਿੰਘ ਜੋ ਉਹਨਾਂ ਭਗਤ ਸਿੰਘ ਦੇ ਹੈਗੇ ਸੀ ਉਹਨਾਂ ਵੱਲੋਂ ਚਲਾਇਆ ਗਿਆ ਸੀ। ਕੀ ਲੱਗਦਾ ਵੀ ਸਰਕਾਰ ਪਰਖਦੀ ਹੁਣ? ਦੇਖੋ ਜੀ, ਇਹ ਸਰਕਾਰ ਨੂੰ ਝੁਕਣਾ ਵਾ, ਇਹ 'ਚ ਕੋਈ ਦੂਜੀ ਰਾਏ ਨਹੀਂ ਵੀ ਸਰਕਾਰ ਨੇ ਨਹੀਂ ਝੁਕਣਾ। ਇਹ ਆ ਵੀ ਜਿੱਦਾਂ ਪਹਿਲਾਂ ਤੁਸੀਂ ਗੱਲ ਕੀਤੀ ਭਗਤ ਸਿੰਘ ਦੇ ਚਾਚਾ ਜੀਤ ਸਿੰਘ ਜੀ ਨੇ ਚਲਾਇਆ ਸੀ, ਉਹ ਵੀ ਬਹੁਤ ਲੰਮਾ ਚੱਲਿਆ ਸੀ, ਕਾਫੀ ਜ਼ਿਆਦਾ ਚਿਰ ਚੱਲਣ ਤੋਂ ਪਤਾ ਫਿਰ ਜਾ ਕੇ ਹੋਇਆ ਸੀ। ਹੋਰ ਹੁਣ ਤੱਕ ਜਿੰਨੇ ਮੋਰਚੇ ਲੱਗੇ ਆ ਲੰਮੇ ਚੱਲਦੇ ਆ, ਲੰਮੇ ਚੱਲਣੇ ਆ ਮੋਰਚੇ, ਫੇਰ ਹੀ ਜਾ ਕੇ ਤਾਂ ਹੱਲ ਹੋਣਾ। ਸਰਕਾਰ ਝੁਕੂਗੀ, ਇਲੈਕਸ਼ਨ ਆਉਣ ਵਾਲੀ ਆ ਪੰਜਾਬ ਦੇ ਵਿੱਚ 2022 ਚ, ਯੂਪੀ ਚ ਆਉਣ ਵਾਲੀ ਆ। ਯੂਪੀ 'ਚ ਪੂਰਾ ਟਕੈਤ ਸਾਹਿਬ ਦਾ ਜ਼ੋਰ ਆ ਇਸ ਟਾਈਮ ਤੇ, ਉਹਨਾਂ ਨੂੰ ਉਹ ਚੀਜ਼ ਤੋਂ ਮੱਦੇ ਨਜ਼ਰ ਆਦੇ ਉਹਨਾਂ ਨੇ ਸਾਰਾ ਕੁਝ ਕੰਟਰੋਲ ਹੋਣਾ। ਇਹ ਬਿੱਲ ਮਾਫ ਕਰਨੇ ਆ, ਇਹ ਸਾਰਾ ਕੁਝ ਨਾਲ ਹੀ ਹੋ ਜਾਣਾ ਫਿਰ ਜੋ ਆ ਗਿਆ, ਤੇ ਇਹ ਸਾਰਾ ਕੁਝ ਹੋ ਜਾਣਾ, ਪਰ ਇਹ ਵੀ ਲੰਮਾ ਟਾਈਮ ਲੱਗੂਗਾ, ਇਹ 'ਚ ਕੋਈ ਜੁਜੀ ਰਹਿ। ਅੱਛਾ, ਟਕੈਤ ਸਾਹਿਬ ਤੇ ਹਮਲਾ ਹੋਇਆ ਸੀ, ਉਸ ਤੋਂ ਬਾਅਦ ਜਿਸ ਕਿ ਬੀਜੇਪੀ ਦੇ ਐਮਐਲਏ ਨਾਲ ਮਲੋਟ ਦੇ ਵਿੱਚ ਹੋਇਆ, ਟਕੈਤ ਸਾਹਿਬ ਤੇ ਹਮਲਾ ਹੋ ਜਾਂਦਾ ਹੈ। ਬੜੀ ਨਿਖੇਧੀ ਕੀਤੀ ਜਾ ਰਹੀ ਸੀ ਕਿ ਬੀਜੇਪੀ ਦੇ ਐਮਐਲਏ ਤੇ ਹਮਲਾ ਨਹੀਂ ਹੋਣਾ ਚਾਹੀਦਾ, ਕੱਪੜੇ ਪਾੜੇ ਗਏ ਨੇ, ਉਸ ਵਕਤ ਟਕੈਤ ਸਾਹਿਬ ਤੇ ਹਮਲਾ ਹੋ ਜਾਂਦਾ ਹੈ। ਫਿਰ ਤੁਹਾਨੂੰ ਲੱਗਦਾ ਹੈ ਕਿ ਫਰਕ ਕੀ ਰਹਿ ਗਿਆ ਦੋਨਾਂ ਦੇ ਵਿੱਚ? ਜੇ ਚੀਜ਼ਾਂ ਐਵੇਂ ਚੱਲ ਗਈਆਂ, ਇੱਕ ਦੂਜੇ ਦੇ ਹਮਲੇ ਕਰਦੇ ਰਹਿਣਗੇ, ਫਿਰ ਸਮਝੌਤਾ ਕਿਵੇਂ ਹੋਊਗਾ ਟੇਬਲ ਤੇ ਬੈਠ ਕੇ? ਦੇਖੋ, ਅਸੀਂ ਤਾਂ ਸਮਝੌਤਾ ਕਰਨਾ ਹੀ ਨਹੀਂ ਸਰਕਾਰ ਦੇ ਨਾਲ, ਅਸੀਂ ਤਾਂ ਕਾਲੇ ਕਾਨੂੰਨ ਰੱਦ ਕਰਾਉਣੇ ਆ। ਆਪਦੇ ਘਰ ਤੇ ਪਈ ਤਾਂ ਮਿਰਚਾਂ ਲੱਗੀਆਂ, ਜਿੱਦਣ ਆਪਦੇ ਐਮਐਲਏ ਦੇ ਪਈਆਂ ਤਾਂ ਮਿਰਚਾਂ ਲੱਗੀਆਂ ਸਰਕਾਰ ਨੂੰ। ਕੀ ਗੱਲ, ਸਾਡੇ ਕਿਸਾਨਾਂ ਤੇ ਜਦੋਂ ਉੱਥੇ ਗੋਲੀਆਂ ਵਰਦੀਆਂ ਨੇ, ਸਾਡੇ ਕਿਸਾਨ ਮਰਿਆ, ਉਹ ਮਾਵਾਂ ਦੇ ਪੁੱਤ ਨਹੀਂ ਸੀ? ਕੀ ਉਹ ਕਿਸੇ ਦੇ ਭਰਾ ਨਹੀਂ ਸੀ? ਜਿੱਦਣ ਇਹ ਸਰਕਾਰ ਨੇ ਸਾਡੇ ਉੱਤੇ ਆਪਦਾ ਤਾਨਾਸ਼ਾਹੀ ਰਾਜ ਚਲਾਇਆ, ਬਾਕੀ ਟਕੈਤ ਸਾਹਿਬ ਦੇ ਉੱਤੇ ਗੋਲੀ ਚੱਲੀ ਆ। ਮੋਦੀ ਸਰਕਾਰ ਜੋ ਵੀ ਬੰਦਾ ਆਵਾਜ਼ ਚੱਕੂਗਾ, ਉਹਦੀ ਆਵਾਜ਼ ਦਬਾਉਣ ਦੇ ਲਈ ਉਹ ਇਹ ਗੋਲੀਆਂ ਚਲਾਊਗੀ, ਜਾਂ ਉਹਦੀ ਆਵਾਜ਼ ਦਬਾਉਣ ਦੇ ਲਈ ਉਹਨਾਂ ਨੂੰ ਮਰਵਾਉਣਗੇ। ਪਰ ਇਹ ਜਿੰਨੇ ਸੂਰਮੇ ਮਰਾਉਣਗੇ, ਸਾਡੇ ਉਨੇ ਸੂਰਮੇ ਹੋਰ ਨਵੇਂ ਪੈਦਾ ਹੋਣਗੇ। ਅਸੀਂ ਉਸ ਗੁਰੂ ਦੀ ਔਲਾਦ ਆ ਜਿਹੜੀ ਇਹਨਾਂ ਤੋਂ ਡਰਦੀ ਨਹੀਂ, ਨਾ ਡਰੇ ਆ ਨਾ ਡਰਨਾ। ਟਕੈਤ ਸਾਹਿਬ ਦੇ ਉੱਤੇ ਜੋ ਹਮਲਾ ਹੋਇਆ, ਅਸੀਂ ਪ੍ਰੋਟੈਸਟ ਕੀਤਾ ਉਹਨਾਂ ਦੇ ਖਿਲਾਫ, ਅਸੀਂ ਬੈਰੀਅਰ ਮੁੱਲਾਪੁਰ ਬੈਰੀਅਰ ਬਲੌਕ ਕੀਤਾ, ਅਸੀਂ ਆਪਦੇ ਜਥੇਬੰਦੀਆਂ ਦੇ ਨਾਲ ਆ। ਜੇ ਉਹਨਾਂ ਨਾਲ ਕੁਝ ਗਲਤ ਹੋਊਗਾ ਤਾਂ ਅਸੀਂ ਉਹਦੇ ਗਲਤ ਦਾ ਜਵਾਬ ਗਲਤ ਦੇਵਾਂਗੇ ਮੋਦੀ ਸਰਕਾਰ ਨੂੰ। ਅੱਛਾ, ਹੁਣ ਜਿਸ ਇੱਕ ਨਾਲ ਲਗਾਤਾਰ ਕਿਸਾਨ ਬੈਠੇ ਨੇ, ਕੀ ਲੱਗਦਾ ਹੈ ਕਿ ਨਵੇਂ ਨਿਯਮ ਆਏ ਨੇ, ਹੁਣ ਨਵੇਂ ਨਿਯਮ ਕਿਉਂ ਲੈਂਦੇ ਜਾ ਰਹੇ ਨੇ? ਕਿ ਵਾਕਈ ਹੀ ਜ਼ਮੀਨਾਂ ਦੇ ਤਾਂ ਪਹਿਲੇ ਕਿਸਾਨ ਕਹਿ ਨੇ ਕਿ ਸਾਡੀ ਜ਼ਮੀਨਾਂ ਖੋਣਾ ਚਾਹੁੰਦੀ ਹੈ ਸਰਕਾਰ, ਹੁਣ ਨਵੇਂ ਨਿਯਮ ਲਿਆਉਣ ਦਾ ਮਤਲਬ ਕੀ ਹੈ? ਐਫਸੀ ਥਰੂ ਇਹ ਨਵੇਂ ਨਿਯਮ ਲੈ ਕੇ ਆਦੇ ਨੇ, ਤੁਸੀਂ ਜਿਵੇਂ ਜ਼ਿਕਰ ਕਰ ਰਹੇ ਹੋ ਕਿ ਐਫਸੀ ਨੂੰ ਪ੍ਰਾਈਵੇਟ ਕੀਤਾ ਜਾ ਰਿਹਾ, ਇਹ ਨਵੇਂ ਥੋਪੇ ਕਿਉਂ ਜਾ ਰਹੇ ਨੇ ਕਾਨੂੰਨ ਇਸ ਤਰੀਕੇ ਨਾਲ, ਜਿਹੜੇ ਰੂਲ ਕਿਉਂ ਬਣਾਏ ਜਾ ਰਹੇ ਨੇ? ਥੋਪਣਾ ਨਹੀਂ, ਅਸਲ ਦੇ ਵਿੱਚ ਪਤਾ ਕੀ ਇਹਨਾਂ ਨੂੰ ਐ ਲੱਗਦਾ ਕਿ ਜਿਹੜੇ ਨਵੇਂ ਰੂਲ ਲਿਆ ਰਹੇ ਆ ਵੀ ਸ਼ਾਇਦ ਲੋਕ ਅਨਪੜ੍ਹ ਆ, ਵੀ ਸਾਡੇ ਮਗਰ ਲੱਗ ਜਾਣਗੇ, ਕਿਉਂਕਿ ਇਲੈਕਸ਼ਨ ਆ ਰਿਹਾ। ਇਹਨਾਂ ਨੂੰ ਐ ਲੱਗਦਾ ਕਿ ਇਹ ਚੰਗੇ ਰੂਲ ਨੇ, ਵੀ ਲੋਕਾਂ ਨੂੰ ਪਤਾ ਹੀ ਨਹੀਂ ਕਿਸੇ ਰੂਲਾਂ ਬਾਰੇ, ਵੀ ਲੋਕ ਅਪਣਾ ਕੇ ਸਾਨੂੰ ਵੋਟਾਂ ਦੁਬਾਰਾ ਫੇਰ ਦੇ ਦੇਣਗੇ। ਵੀ ਜਿਵੇਂ ਮੋਦੀ ਨੇ ਪਹਿਲੇ ਅੱਛੇ ਦਿਨਾਂ ਦਾ ਨਾਰਾ ਲਾ ਕੇ ਆਪਦੇ ਆਪ ਨੂੰ ਲਿਆਂਦਾ, ਪਰ ਹੁਣ ਮੋਦੀ ਸਰਕਾਰ ਇਹ ਚੀਜ਼ ਭੁੱਲ ਜਾਵੇ। 2022 ਦੇ ਇਲੈਕਸ਼ਨ 'ਚ ਤੇ ਬੰਗਾਲ ਇਲੈਕਸ਼ਨ 'ਚ, ਯੂਪੀ ਇਲੈਕਸ਼ਨ ਦੇ ਵਿੱਚ ਮੋਦੀ ਸਰਕਾਰ ਨੂੰ ਆਪਦੀ ਔਕਾਤ ਪਤਾ ਲੱਗ ਜੂਗੀ ਕਿ ਮੋਦੀ ਸਰਕਾਰ ਕਿੱਥੇ ਸਟੈਂਡ ਕਰਦੀ ਹੈ। ਅਸੀਂ ਤਾਂ ਸਾਰੇ ਲੋਕਾਂ ਨੂੰ ਇਹ ਅਪੀਲ ਕਰਦੇ ਹਾਂ ਕਿ ਇਹਨਾਂ ਤੇ ਲੀਡਰਾਂ ਨੂੰ ਆਪਦੇ ਪਿੰਡਾਂ 'ਚ ਕੀ, ਆਪਦੇ ਘਰਾਂ ਦੇ ਵਿੱਚ ਕੀ, ਆਪਦੀਆਂ ਬਰੂਹਾਂ ਤੇ ਖੜਨ ਨਾ ਦਿਓ, ਡੰਡੇ ਲੈ ਕੇ ਇਹਨਾਂ ਨੂੰ ਪਿੰਡਾਂ 'ਚੋਂ ਬਾਹਰ ਕੱਢੋ। ਬਿਲਕੁਲ ਬਿਲਕੁਲ ਸਾਰੀਆਂ ਸਰਕਾਰਾਂ ਦਾ, ਇਕੱਲੀ ਬੀਜੇਪੀ ਸਰਕਾਰ ਨਹੀਂ, ਅਸੀਂ ਤਾਂ ਸਾਰੀਆਂ ਸਰਕਾਰਾਂ ਤੋਂ ਅੱਕੇ ਹੋਏ ਹਾਂ। ਕੀ ਅਕਾਲੀਆਂ ਨੇ ਨਸ਼ਾ ਨਹੀਂ ਵੇਚਿਆ? ਕਾਂਗਰਸੀਆਂ ਨੇ ਕੀ ਨਸ਼ਾ ਬੰਦ ਕਰਤਾ? ਸਾਡੇ ਮਾਵਾਂ ਦੇ ਪੁੱਤ ਮਰ ਗਏ, ਸਾਡੇ ਏਰੀਏ ਦੇ ਵਿੱਚ ਇੰਨੇ ਬੱਚੇ ਮਰੇ ਆ ਨਸ਼ੇ ਦੇ ਨਾਲ। ਮੈਂ ਵੀ ਇੱਕ ਧੀ ਆ, ਮੈਨੂੰ ਵੀ ਪਤਾ ਜੋ ਇਹ ਸਰਕਾਰਾਂ ਦਾ ਕਰਕੇ ਅਸੀਂ ਝੇਲਾਂ ਝੱਲੀਆਂ ਨੇ। ਸਾਡੇ ਬੱਚੇ ਬਾਹਰ ਜਾ ਰਹੇ ਆ, ਕਿਉਂ ਜਾ ਰਹੇ ਆ? ਕਿਉਂਕਿ ਇੱਥੇ ਬੇਰੁਜ਼ਗਾਰੀ ਆ, ਇਸੇ ਕਰਕੇ ਸਾਡੇ ਬੱਚੇ ਬਾਹਰ ਜਾ ਰਹੇ ਆ। ਅਸੀਂ ਇਹਨਾਂ ਸਰਕਾਰਾਂ ਤੋਂ ਅੱਕੇ ਆ, ਪਰ ਅਸੀਂ ਇਸ ਸਰਕਾਰ ਨੂੰ 2022 'ਚ ਉਹਦੀ ਔਕਾਤ ਦਿਖਾ ਦਾਂਗੇ। ਤੁਸੀਂ ਚੰਡੀਗੜ੍ਹ ਦੇ ਚੌਂਕ ਤੇ ਵੀ ਖੜਦੇ ਹੋ, ਅਲੱਗ-ਅਲੱਗ ਚੌਂਕਾਂ ਤੇ ਖੜਦੇ ਹੋ ਰਾਤ ਨੂੰ ਝੰਡੇ ਲੈ ਕੇ ਕਿਸਾਨੀ ਦੇ। ਇੱਕ ਲੋਕ ਦਿਲੋਂ ਨਾਲ ਜੁੜੇ ਹੋਏ ਨੇ, ਇੱਕ ਜਜ਼ਬਾਤਾਂ ਦੇ ਨਾਲ ਲੋਕ ਜੁੜੇ ਹੋਏ ਨੇ। ਕਿਤੇ ਇੱਥੇ ਚੌਂਕਾਂ ਦੇ ਵਿੱਚ ਲਿਖ ਵੀ ਦਿੱਤਾ ਗਿਆ ਸੀ ਪੁਲਿਸ ਵੱਲੋਂ ਕਿ ਚੌਂਕਾਂ ਦੇ ਉੱਤੇ ਖੜਨਾ ਮਨ੍ਹਾ ਹੈ, ਬੋਰਡ ਲੱਗੇ ਵੀ ਹੋਏ ਸੀ। ਤਾਂ ਲੱਗਦਾ ਕਿ ਵਾਕਈ ਸਰਕਾਰ ਡਰ ਗਈ ਹੈ, ਕਿਸਾਨ ਉਹ ਅਲੱਗ-ਅਲੱਗ ਤਰੀਕੇ ਨਾਲ ਖੜ੍ਹਦੇ ਨੇ ਚੌਂਕਾਂ ਦੇ ਵਿੱਚ ਚੰਡੀਗੜ੍ਹ ਦੇ। ਇਹ ਸਰਕਾਰ ਨੂੰ ਪਤਾ ਹੈ ਵੀ ਕਿਸਾਨ ਖੜ੍ਹਦੇ ਨੇ, ਲੋਕੀ ਖੜ੍ਹਦੇ ਨੇ, ਤਾਂ ਹੀ ਚੌਂਕਾਂ ਦੇ ਉੱਤੇ ਲਿਖਿਆ ਗਿਆ ਕਿ ਚੌਂਕ ਦੇ ਉੱਤੇ ਖੜ੍ਹਨਾ ਮਨ੍ਹਾ ਹੈ। ਇਹ ਹਾਰ ਦੀਆਂ ਨਿਸ਼ਾਨੀਆਂ ਹੁੰਦੀਆਂ ਜਿਹੜੀਆਂ ਇਦਾਂ ਸਾਨੂੰ ਬੋਰਡ ਲਾ ਕੇ, ਜਿੱਦਣ ਅਸੀਂ ਖੜਨਾ ਸ਼ੁਰੂ ਕੀਤਾ ਸੀ ਉਦੋਂ ਉਹਨਾਂ ਨੇ ਮੇਰੇ ਕੋਲ ਮਹੀਨੇ ਕੁ ਬਾਅਦ ਉਹ ਬੋਰਡ ਲਾਤੇ ਸੀ। ਉਹਨਾਂ ਨੂੰ ਐਂ ਲੱਗਦਾ ਸੀ ਕਿ ਖਰੇ ਲੋਕ ਇਹਨਾਂ ਨੂੰ ਪੜ੍ਹ ਕੇ ਪਿੱਛੇ ਹਟ ਜਾਣਗੇ, ਪਰ ਅਸੀਂ ਉਹਨਾਂ ਦੀਆਂ ਹਾਰ ਦੀਆਂ ਨਿਸ਼ਾਨੀਆਂ ਸਾਨੂੰ ਪਤਾ ਲੱਗ ਗਈਆਂ। ਜਿੰਨਾ ਉਹਨਾਂ ਨੇ ਸਾਨੂੰ ਦਬਾਉਣ ਦੀ ਕੋਸ਼ਿਸ਼ ਕੀਤੀ, ਅਸੀਂ ਲਾਵੇ ਦੀ ਤਰ੍ਹਾਂ ਫੁੱਟ ਕੇ ਉਹਨਾਂ ਜ਼ਿਆਦਾ ਉੱਪਰ ਨੂੰ ਆਵਾਂਗੇ। ਅਸੀਂ ਦਬਣਾ ਨਹੀਂ, ਜਿੰਨੀ ਦੇਰ ਤੱਕ ਸਾਡੇ ਕਾਲੇ ਕਾਨੂੰਨ ਰੱਦ ਨਹੀਂ ਹੁੰਦੇ। ਤੁਸੀਂ ਮਟਕਾ ਚੌਂਕ ਦੇ ਉੱਤੇ ਦੇਖਿਓ, ਡੇ ਬਾਏ ਡੇ ਡੇਲੀ ਮਤਲਬ ਲੋਕਾਂ ਦਾ ਇਕੱਠ ਆ ਜਿਹੜਾ ਵੱਧਦਾ ਜਾਂਦਾ। ਕੁਛ ਕਈ ਵਾਰੀ ਹੋ ਵੀ ਜਾਂਦਾ ਕਿ ਘਟ ਜਾਂਦਾ, ਪਰ ਲੋਕ ਆਉਂਦੇ ਆ, ਦਿਲ ਤੋਂ ਜੁੜੇ ਹੋਏ ਆ। ਜਿਵੇਂ ਸ਼ਾਮ ਦਾ ਟਾਈਮ ਹੁੰਦਾ, ਸਾਨੂੰ ਤਾਂ ਆਪ ਅੰਦਰ ਉਬਲਕ ਚੁਬਲੀ ਮੱਚ ਜਾਂਦੀ ਹੈ ਕਿ ਛੇਤੀ ਮਟਕਾ ਚੌਂਕ ਜਾਈਏ, ਕਿਤੇ ਇਹ ਨਾ ਹੋਵੇ ਉੱਥੇ ਰਸ਼ ਘਟ ਜੇ ਤੇ ਸਰਕਾਰ ਨੂੰ ਬੋਲਣ ਦਾ ਮੌਕਾ ਮਿਲ ਜੇ ਕੁਛ ਵੀ। ਔਰ ਹਾਰੀ ਹੋਈ ਆ ਸਰਕਾਰ, ਤਾਂ ਹੀ ਬੋਲਦੀ ਨਹੀਂ ਪਈ, ਹਾਰੀ ਹੋਈ ਆ। ਮੇਰਾ ਇੱਕ ਆਖਰੀ ਸਵਾਲ ਹੈ ਕਿ ਜਿਸ ਤਰੀਕੇ ਨਾਲ ਅੱਜ ਕਿਸਾਨ ਇੱਥੇ ਐਫਸੀ ਦਾ ਘਿਰਾਓ ਕਰ ਰਹੇ ਨੇ, ਕਿ ਲੱਗਦਾ ਆਉਣ ਵਾਲੇ ਸਮੇਂ ਦੇ ਵਿੱਚ ਜਿਸ ਤਰੀਕੇ ਨਾਲ ਹੁਣ ਤੁਸੀਂ ਬੀਜੇਪੀ ਦਾ ਵੀ ਜ਼ਿਕਰ ਕੀਤਾ, ਐਮਐਲਏ ਦਾ ਵੀ, ਜਦੋਂ ਆਪ ਨੂੰ ਲੱਗੀ ਤਾਂ ਉਦੋਂ ਕਹਿਣ ਲੱਗ ਗਏ ਵੀ ਕਿਉਂ ਇਹ ਹਮਲਾ ਕੀਤਾ ਗਿਆ, ਟਕੈਤ ਸਾਹਿਬ ਤੇ ਵੀ ਹਮਲਾ ਹੁੰਦਾ, ਕਿ ਸਰਕਾਰ ਸੁਣ ਲੇਗੀ, ਕਿ ਸਰਕਾਰ ਹੁਣ
ਬੁਲਾਏਗੀ ਜੋ ਜਥੇਬੰਦੀਆਂ ਬੈਠੀਆਂ ਨੇ ਕਿ ਟੇਬਲ ਟਾਕ ਚੱਲੇਗੀ, ਕਿਤੇ ਨਾ ਕਿਤੇ ਫੁੱਲ ਸਟਾਪ ਲੱਗ ਗਿਆ, ਕੋਈ ਗੱਲਬਾਤ ਨਹੀਂ ਉਹਦੀ, ਇਹਨਾਂ ਚੀਜ਼ਾਂ ਨੂੰ ਲੈ ਕੇ ਕੀ ਵਾਕਈ ਕੇਂਦਰ ਸਰਕਾਰ ਦੇ ਕੰਨ ਤੇ ਜੋ ਸਦਕੇਗੀ? ਆ ਦੇਖੋ ਜੀ, ਸਰਕਾਰਾਂ ਨੂੰ ਜੇ ਤਾਂ ਦੇਖੋ ਮੋਦੀ ਸਰਕਾਰ ਨੇ ਇਹ ਕਾਲੇ ਕਾਨੂੰਨ ਰੱਦ ਕਰਦੀ ਆ ਤਾਂ ਬੈਟਰ, ਨਹੀਂ ਤੇ ਸਾਡੀਆਂ ਜਥੇਬੰਦੀਆਂ ਦਾ ਜੋ ਹੁਕਮ ਹੋਊਗਾ, ਜਿਵੇਂ ਹੁਣ ਜਥੇਬੰਦੀਆਂ ਨੇ ਕਿਹਾ ਕਿ KMP ਰੋਡ ਜਾਮ ਕਰਨਾ 24 ਘੰਟਿਆਂ ਲਈ, ਅਸੀਂ ਉੱਥੇ ਵੀ ਜਾਵਾਂਗੇ। ਫਿਰ ਉਹਨਾਂ ਨੇ ਕਿਹਾ ਕਿ ਪਾਰਲੀਮੈਂਟ ਘੇਰਾਂਗੇ ਅਸੀਂ, ਕੋਈ ਵੀ ਹਜੇ ਡੇਟ ਫਿਕਸ ਨਹੀਂ ਆ ਬਟ ਪਾਰਲੀਮੈਂਟ ਘੇਰਨੀ ਆ, ਔਰ ਉੱਥੇ ਉਹਨਾਂ ਨੇ ਕਿਹਾ ਕਿ ਔਰਤਾਂ ਲੀਡ ਕਰਨਗੀਆਂ, ਔਰ ਅਸੀਂ ਬਿਲਕੁਲ ਉੱਥੇ ਜਾਵਾਂਗੇ, ਅਸੀਂ ਲੀਡ ਕਰਾਂਗੇ ਉੱਥੇ ਜਾ ਕੇ। ਔਰ ਮੋਦੀ ਸਰਕਾਰ ਜੇ ਉੱਥੇ ਔਰਤਾਂ ਦੇ ਉੱਤੇ ਜ਼ੁਲਮ ਕਰਦੀ ਆ ਤਾਂ ਮੋਦੀ ਸਰਕਾਰ ਆਪ ਹੀ ਹੇਠੀ ਦੇ ਥੱਲੇ ਆ ਜੂਗੀ। ਔਰ ਸਾਡੀਆਂ ਜਥੇਬੰਦੀਆਂ ਡੇ ਬਾਈ ਡੇ ਕੋਈ ਨਾ ਕੋਈ ਨਵੇਂ ਸਟੈਪ ਚੱਕ ਰਹੀਆਂ ਔਰ ਸਰਕਾਰ ਦੇ ਉੱਤੇ ਪ੍ਰੈਸ਼ਰ ਬਣਾ ਰਹੀਆਂ, ਕਿਉਂਕਿ ਸਾਡੇ ਜਿਹੜੇ ਲੋਕ ਆ ਨਾ ਉਹ ਦਬਿਆ ਨਾ ਦਬਣਾ, ਨਵੇਂ ਕਰਕੇ ਦੇਖੋ ਪ੍ਰੈਸ਼ਰ ਹੀ ਬਣਾਇਆ ਜਾ ਸਕਦਾ ਹੁੰਦਾ ਸਰਕਾਰਾਂ ਤੇ, ਹੋਰ ਕੁਝ ਨਹੀਂ। ਪਰ ਮੋਦੀ ਸਰਕਾਰ ਗੂੰਗੀ ਬੋਲੀ ਤੇ ਅੰਨਿਆਂ ਦੀ ਸਰਕਾਰ ਆ, ਜਿਨ੍ਹਾਂ ਨੂੰ ਇਹ ਚੀਜ਼ਾਂ ਦੀਂਦੀਆਂ ਨਹੀਂ ਕਿ ਉੱਥੇ ਇੰਨੇ ਮਾਵਾਂ ਦੇ ਪੁੱਤ ਮਰ ਰਹੇ ਆ ਜਾਂ ਇੰਨਾ ਕੁਝ ਹੋ ਰਿਹਾ। ਕੀ ਮੋਦੀ ਸਰਕਾਰ ਨੂੰ ਪਤਾ ਨਹੀਂ ਜੋ ਵੀ ਅੱਜ ਟ੍ਰੈਜਡੀਜ਼ ਹੋ ਰਹੀਆਂ ਨੇ? ਮੋਦੀ ਸਰਕਾਰ ਨੂੰ ਇਹ ਚੀਜ਼ਾਂ ਸੁਣ ਲੈਣੀਆਂ ਚਾਹੀਦੀਆਂ ਨੇ ਕਿ ਉਹ ਜੇ ਸਾਡੇ ਨਾਲ ਇਹ ਕੁਝ ਕਰਨਗੇ ਤਾਂ ਉਹਨਾਂ ਦੇ ਨਾਲ ਵੀ ਉਹੀ ਕੁਝ ਹੋਣਾ। ਸੋ ਇਸ ਕਰਕੇ ਸਾਡੀ ਸਰਕਾਰ ਨੂੰ ਬੇਨਤੀ ਹੈ ਕਿ ਕਾਲੇ ਕਾਨੂੰਨ ਰੱਦ ਕਰਕੇ ਆਪਸੀ ਸਮਝੌਤੇ ਦੇ ਨਾਲ ਜੋ ਵੀ ਕਰਨਾ ਉਹ ਕਰਨ। ਸਾਡੀਆਂ ਬੀਜੇਪੀ ਲੀਡਰ ਦਾ ਘਰਾਓ ਹੁੰਦਾ ਦਊਗਾ, ਕਿਸਾਨ ਘਰਾਓ ਕਰ ਦੇਣਗੇ ਬੀਜੇਪੀ ਲੀਡਰ ਦਾ? ਬਿਲਕੁਲ ਸ਼ਰੇਆਮ ਕਰਾਂਗੇ। ਅਸੀਂ ਜਮਾ ਨਹੀਂ ਡਰੇ, ਨਾ ਡਰਦੇ ਆ ਕਿਸੇ ਤੋਂ, ਡਰਦੇ ਨਹੀਂ ਤੇਰੇ ਗੁੰਡਿਆਂ ਤੋਂ, ਖਿੱਚ ਲਵਾਂਗੇ ਜੁੰਡਿਆਂ ਤੋਂ। ਅਸੀਂ ਨਹੀਂ ਡਰਦੇ, ਜਿੱਥੇ ਮਰਜ਼ੀ ਆ ਜਾਓ, ਜਿੱਥੇ ਸਾਨੂੰ ਕਹਿਣਗੇ ਅਸੀਂ ਉੱਥੇ ਜਾਵਾਂਗੇ। ਅਸੀਂ ਨਹੀਂ ਡਰਦੇ, ਮੌਤ ਤੋਂ ਵੀ ਨਹੀਂ ਡਰਦੇ। ਭਾਈ ਕਰੋਗੇ ਘਰਾਓ ਬੀਜੇਪੀ ਲੀਡਰਾਂ ਦਾ? ਬਿਲਕੁਲ, ਚੰਡੀਗੜ੍ਹ ਦੇ ਵਿੱਚ ਕਿਰਨ ਖੇਰ ਆਊਗੀ, ਜੇ ਕੋਈ ਬੀਜੇਪੀ ਲੀਡਰਾਂ ਦਾ ਅਸੀਂ ਘਰੋ ਕਰਾਂਗੇ, ਪੂਰਾ ਜ਼ੋਰ ਨਾਲ ਕਰਾਂਗੇ। ਜਿਸ ਕਿ ਮਲੋਟ ਵਿੱਚ ਹੋਇਆ ਸੀ ਵੀ ਕੱਪੜੇ ਪਾੜ ਦਿੱਤੇ ਗਏ ਸੀ, ਉਸ ਦੀ ਨਿਖੇਧੀ ਵੀ ਕਿਤੇ ਨਾ ਕਿਤੇ ਹੁੰਦੀ ਰਹੀ ਹੈ। ਨਹੀਂ ਚਲੋ ਇਹ ਚਲੋ ਉਹ ਹਾਦਸਾ ਹੋ ਗਿਆ, ਜ਼ਰੂਰੀ ਨਹੀਂਗਾ ਵੀ ਉਹਨਾਂ ਨੇ ਜਾਣ ਕੇ ਕੀਤਾ, ਉਹਨਾਂ ਨੇ ਉਹਦਾ ਘਰੋ ਕਰਨਾ ਸੀ। ਉਹ ਬੰਦਾ ਜਾਣ ਕੇ ਗਿਆ, ਆਪਣੇ ਮਾਨ 'ਚ ਮਰਿਆ, ਉਹਨੇ ਕਿਹਾ ਮੈਨੂੰ ਕੀ ਕਰ ਲੈਣਗੇ, ਤੇ ਜਦੋਂ ਕਰ ਲਓਗੇ ਫਿਰ ਤੁਹਾਨੂੰ ਪਤਾ ਹੀ ਇੰਨੀ ਭੀੜ ਰਲੀ ਸੰਗਤ ਰਲੀ ਹੁੰਦੀ ਆ ਤੇ ਇਦਾਂ ਹੋ ਜਾਂਦਾ। ਇਹ ਨਹੀਂ ਵੀ ਜ਼ਰੂਰੀ ਹੁੰਦਾ ਵੀ ਕੱਪੜੇ ਹੀ ਪਾੜਨੇ ਆ, ਉਹਦੇ ਚਲੋ ਉਹਦੇ ਪਾੜ ਕੇ ਬਾਈ ਚਾਂਸ ਪਾੜ ਕੇ ਘਰੋ ਕਰਾਂਗੇ ਉਹਦਾ। ਮੋਦੀ ਭਗਤ ਜਿਹੜੇ ਆ ਉਹ ਆਪ ਅੱਗੇ ਆਉਂਦੇ ਜਾਣ ਕੇ ਵੀ ਸਾਡੇ ਗੱਲ ਪੈਣ, ਸਾਡਾ ਨੰਬਰ। ਹੁਣ ਗਰੇਵਾਲ ਨੂੰ ਘੇਰ, ਜਿਹੜਾ ਪੰਜਾਬ ਦਾ ਗਰੇਵਾਲ ਆ ਮੇਨ, ਉਹਦੇ ਵੱਲ ਧਿਆਨ ਆ। ਜਦੋਂ ਉਹ ਪੰਜਾਬ 'ਚ ਆਉਂਦਾ ਉਹਨੂੰ ਜ਼ਰੂਰ ਘੇਰਨਾ, ਜੇ ਚੰਡੀਗੜ੍ਹ ਆਉਂਦਾ ਚੰਡੀਗੜ੍ਹ ਘੇਰਾਂਗੇ। ਤੁਸੀਂ ਕਹੋਗੇ ਕਿਰਨ ਖੇਰ ਨੂੰ, ਤੁਸੀਂ ਵੀ ਲੇਡੀਜ਼ ਹੋ, ਕਿਰਨ ਖੇਰ ਵੀ ਜਿਸ ਤਰੀਕੇ ਨਾਲ ਇੱਥੋਂ ਦੇ MP ਹੈਗੇ ਨੇ ਚੰਡੀਗੜ੍ਹ ਦੇ, ਕਹੋਗੇ ਕਿਰਨ ਖੇਰ ਨੂੰ? ਬਿਲਕੁਲ ਘੇਰਾਂਗੇ। ਜੇ ਉਹ ਇੱਕ ਔਰਤ ਆ, ਮੈਂ ਵੀ ਇੱਕ ਔਰਤ ਆ। ਉਹਨੂੰ ਨਹੀਂ ਦਿੰਦਾ ਕਿ ਅੱਜ ਦੀ ਔਰਤ ਇੰਨੀ ਦੁਖੀ ਹੋਈ ਪਈ ਆ। ਉਹ ਇੱਕ ਸੈਲੀਬ੍ਰਿਟੀ ਸੀਗੀ, ਉਹਨੂੰ ਇੱਥੋਂ ਦੀ MP ਬਣਾ ਕੇ, ਜਦੋਂ ਮੈਂ ਪੜ੍ਹਦੀ ਸੀ ਨਾ ਯੂਨੀਵਰਸਿਟੀ ਦੇ ਵਿੱਚ, ਪੰਜਾਬ ਯੂਨੀਵਰਸਿਟੀ ਔਰ ਚੰਡੀਗੜ੍ਹ ਦਾ ਨਾਮ ਸੀ, ਇਹਨੂੰ ਸੈਲੀਬ੍ਰਿਟੀ ਨੂੰ ਇਹਨਾਂ ਨੇ MP ਬਣਾ ਕੇ ਚੰਡੀਗੜ੍ਹ ਦਾ ਬੇੜਾ ਗਰਕ ਕਰਤਾ ਅੱਜ। ਔਰ ਜਿੱਦਣ ਆਈ ਕਿਰਨ ਖੇਰ, ਤੈਨੂੰ ਘੇਰਾਂਗੇ, ਤੇਰੀ ਧੌਣ ਤੇ ਗੋਡਾ ਫੇਰਾਂਗੇ, ਚੰਡੀਗੜ੍ਹ ਵੜ ਸਹੀ, ਤੈਨੂੰ ਤੇਰੀ ਔਕਾਤ ਦਿਖਾਵਾਂਗੇ। ਤੇ ਸਾਰੀ ਗੱਲਬਾਤ ਸੁਣੀ ਹੈ। ਇਸ ਸਮੇਂ ਧਰਨਾ ਲੱਗਾ ਹੋਇਆ FCI ਦੇ ਸਾਹਮਣੇ, ਜਿਵੇਂ ਇੱਕ ਭੈਣ ਤੇ ਇੱਕ ਵੀਰ ਨੇ ਗੱਲਬਾਤ ਰੱਖੀ ਹੈ ਕਿ ਬੀਜੇਪੀ ਲੀਡਰਾਂ ਦਾ ਘਰਾਓ ਜਾਰੀ ਰਹੇਗਾ। ਬੀਜੇਪੀ ਲੀਡਰਾਂ ਨੂੰ ਘੇਰਿਆ ਜਾਊਗਾ, ਚਾਹੇ ਚੰਡੀਗੜ੍ਹ ਦੇ ਵਿੱਚ ਨੇ ਚਾਹੇ ਪੰਜਾਬ ਦੇ ਵਿੱਚ ਨੇ। ਨਿਖੇਧੀ ਵੀ ਹੋਣੀ ਚਾਹੀਦੀ ਹੈ, ਜੋ ਮਲੋਟ ਦੇ ਵਿੱਚ ਹੋਇਆ ਸੀ, ਜੋ ਕੱਪੜੇ ਫਾੜੇ ਗਏ ਸੀ, ਉਸ ਤੋਂ ਬਾਅਦ ਨਿਖੇਧੀ ਚੱਲ ਗਈ ਸੀ, ਫਿਰ ਟਕੈਤ ਸਾਹਿਬ ਤੇ ਹਮਲਾ ਹੁੰਦਾ, ਫਿਰ ਕਹਿਣ ਲੱਗ ਪਏ ਕਿਸਾਨ ਟਕੈਤ ਸਾਹਿਬ ਤੇ ਹਮਲਾ ਕਿਉਂ ਕੀਤਾ ਗਿਆ। ਤਾਂ ਕਿਤੇ ਨਾ ਕਿਤੇ ਗੱਲਬਾਤ ਸਿਰੇ ਲੱਗਦੀ ਨਜ਼ਰ ਨਹੀਂ ਆ ਰਹੀ। ਡੈਡਲੋਕ ਹੋ ਚੁੱਕਿਆ। ਕਿਸ ਸਿੱਕ ਨਾਲ ਗੱਲ ਅੱਗੇ ਵਧੇਗੀ, ਸਰਕਾਰ ਜਾਂ ਜਥੇਬੰਦੀਆਂ ਕਿਸ ਸਿੱਕ ਨਾਲ ਇੱਕ ਪੈਰ ਅੱਗੇ ਵਧਾਉਣਗੀਆਂ, ਇਹ ਸਮਾਂ ਦੱਸੂਗਾ। ਪਰ ਇਸ ਸਮੇਂ ਤੁਸੀਂ ਤਸਵੀਰ ਦੇਖ ਰਹੇ ਹੋ ਕਿ FCI ਦੇ ਸਾਹਮਣੇ ਕਿਸਾਨ ਬੈਠੇ ਨੇ, ਜੋ ਨਵੇਂ ਨਿਯਮ ਆਏ ਨੇ ਉਸ ਨੂੰ ਲੈ ਕੇ ਪ੍ਰੋਟੈਸਟ ਕਰ ਰਹੇ ਨੇ। ਫਰਦਾਂ ਨੂੰ ਲੈ ਕੇ ਜਿਸ ਤਰੀਕੇ ਨਾਲ ਕਿਹਾ ਗਿਆ ਕਿ ਫਰਦਾਂ ਤੁਹਾਡੇ ਕੋਲ ਹੋਣਗੀਆਂ ਤਾਂ ਤੁਹਾਡੇ ਅਕਾਊਂਟ 'ਚ ਪੈਸੇ ਜਾਣਗੇ, ਆੜਤੀ ਨੂੰ ਬਾਹਰ ਕੱਢਿਆ ਜਾ ਰਿਹਾ ਹੈ। ਇਸ ਨੂੰ ਲੈ ਕੇ ਵੀ ਇਹ ਬਦਲਾਵ ਨਾ ਆਵੇ, ਜੋ ਕਿਸਾਨ ਨੇ ਉਹਨਾਂ ਨੇ FCI ਦਾ ਘਰਾਓ ਕੀਤਾ। ਹੁਣ ਦੇਖਾਂਗੇ ਕਿ ਇਹ ਨਿਯਮ ਬਦਲਣਗੇ ਜਾਂ ਲਾਗੂ ਰਹਿਣਗੇ, ਇਹ ਸਮਾਂ ਦੱਸੂਗਾ। ਤੁਸੀਂ ਪੰਜਾਬ ਨਿਊਜ਼ ਨਾਲ ਜੁੜੇ ਰਹਿਣਾ, ਤੁਹਾਨੂੰ ਪਲ ਪਲ ਦੀ ਅਪਡੇਟ ਅਸੀਂ ਦਿੰਦੇ ਰਹਾਂਗੇ।